प्यारे प्यारे बच्चों, सत श्री अकाल। ਅੱਜ ਅਸੀਂ ਮੇਰੀ ਦੁਨੀਆ, ਜਿਸ ਨੂੰ ਆਪਾਂ ਵਾਤਾਵਰਨ ਸਿੱਖਿਆ ਕਹਿੰਦੇ ਹਾਂ, ਪਾਠ ਦੂਸਰਾ ਪਾਰਕ ਦੀ ਸੈਰ ਪੜ੍ਹਨ ਜਾ ਰਹੇ ਹਾਂ। ਬੁੱਕਸ ਤੁਹਾਡੇ ਕੋਲੇ ਸਾਰਿਆਂ ਕੋਲੇ ਹਨ। ਤੁਸੀਂ ਚੰਗੇ ਢੰਗ ਦੇ ਨਾਲ ਇਸ ਨੂੰ ਪੜ੍ਹਨਾ, ਪਰ ਇਹਦੇ ਵਿੱਚ ਮੈਂ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਹੀ ਹਾਂ। ਹਾਂਜੀ ਬੱਚਿਓ, ਸਾਨੂੰ ਪਤਾ ਹੈ ਕਿ ਸਾਡੀਆਂ ਅਸੀਂ ਅੱਖਾਂ ਰਾਹੀਂ ਕਿਸੇ ਚੀਜ਼ਾਂ ਨੂੰ ਦੇਖ ਕੇ ਬਹੁਤ ਜਲਦੀ ਪਹਿਚਾਣ ਲੈਂਦੇ ਹਾਂ। ਕੰਨਾਂ ਰਾਹੀਂ ਸੁਣ ਕੇ ਸਾਨੂੰ ਕੋਈ ਗੱਲ ਸਮਝ ਆ ਜਾਂਦੀ ਹੈ। ਠੀਕ ਹੈ, ਕਿਸੇ ਚੀਜ਼ ਨੂੰ ਅਸੀਂ ਟੱਚ ਕਰਕੇ ਛੂਹ ਕੇ ਦੱਸ ਸਕਦੇ ਹਾਂ ਵੀ ਇਹ ਠੰਡੀ ਹੈ ਜਾਂ ਗਰਮ ਹੈ। ਇਸ ਤਰ੍ਹਾਂ ਅਸੀਂ ਸੁੰਘ ਕੇ ਦੱਸ ਸਕਦੇ ਹਾਂ ਕਿ ਇਹ ਚੀਜ਼ ਦੀ ਜਿਹੜੀ ਸਮੈਲ ਹੈ ਵਸਤੂ 'ਚੋਂ ਵਧੀਆ ਆ ਰਹੀ ਜਾਂ ਗੰਦੀ ਆ ਰਹੀ ਹੈ। ਜਿਹੜੀਆਂ ਇਹ ਅਸੀਂ ਚੀਜ਼ਾਂ ਟੱਚ ਕਰਕੇ, ਸੁੰਘ ਕੇ ਜਾਂ ਜੀਭ ਦੇ ਸਵਾਦ ਨਾਲ ਚੱਖ ਕੇ ਦੱਸ ਸਕਦੇ ਹਾਂ। ਤਾਂ ਇਹਨਾਂ ਕਿੰਨਾਂ ਰਾਹੀਂ ਕਰਦੇ ਹਾਂ ਅਸੀਂ? ਆਪਣੇ ਨੱਕ, ਕੰਨ, ਚਮੜੀ, ਜੀਭ, ਹੈ ਨਾ, ਇਹਨਾਂ ਰਾਹੀਂ ਕਰਦੇ ਹਾਂ। ਤਾਂ ਇਹਨਾਂ ਚੀਜ਼ਾਂ ਨੂੰ ਕੀ ਬੋਲਿਆ ਜਾਂਦਾ? ਇਹਨੂੰ ਕਹਿੰਦੇ ਹਨ ਬੱਚਿਓ ਸਾਡੀਆਂ ਗਿਆਨ ਇੰਦਰੀਆਂ, ਜਿਹੜੇ ਸਾਡੇ ਸਰੀਰ ਨੂੰ ਦੱਸਦੀਆਂ ਹਨ ਕਿ ਇਹ ਕੀ ਹੈ। ਠੀਕ ਹੈ, ਤਾਂ ਇਸ ਨੂੰ ਕੀ ਬੋਲਦੇ ਹਾਂ ਅਸੀਂ? ਗਿਆਨ ਇੰਦਰੀਆਂ ਕਹਿੰਦੇ ਹਾਂ। ਅਤੇ ਇਸ ਪਾਠ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ ਤਾਂ ਸਾਨੂੰ ਉਸਦੇ ਗਰਮ ਠੰਡੇ ਬਾਰੇ ਪਤਾ ਲੱਗਦਾ ਹੈ, ਅਤੇ ਨਾਲ ਹੀ ਨਾਲ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਟੱਚ ਕਰਨ ਵਾਲੇ ਨੇ ਸਾਨੂੰ ਕਿਸ ਢੰਗ ਨਾਲ ਛੂਹਿਆ ਹੈ। ਕਈ ਵਾਰ ਅਸੀਂ ਜਦੋਂ ਕਿਸੇ ਕੁੱਤੇ ਬਿੱਲੇ ਨੂੰ ਗੁੱਸੇ ਦੇ ਨਾਲ ਡੰਡਾ ਵਗੈਰਾ ਮਾਰਦੇ ਹਾਂ ਤਾਂ ਉਸ ਨੂੰ ਪਤਾ ਹੁੰਦਾ ਹੈ ਕਿ ਮੈਨੂੰ ਇਹ ਗੁੱਸੇ ਹੋ ਰਿਹਾ ਹੈ। ਪਰ ਜਦੋਂ ਅਸੀਂ ਕਈ ਵਾਰ ਉਸਦੇ ਸਰੀਰ 'ਤੇ, ਚਮੜੀ 'ਤੇ ਹੱਥ ਫੇਰਦੇ ਹਾਂ ਤਾਂ ਪਸ਼ੂਆਂ ਨੂੰ, ਪੰਛੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਨੂੰ ਕਿ ਵੀ ਪਿਆਰ ਨਾਲ ਸਾਡੇ 'ਤੇ ਹੱਥ ਫੇਰ ਰਿਹਾ ਹੈ। ਇਸ ਕਰਕੇ ਪਸ਼ੂਆਂ, ਪੰਛੀਆਂ ਦੇ ਵਿੱਚ ਵੀ ਭਾਵਨਾਵਾਂ ਹੁੰਦੀਆਂ ਹਨ। ਠੀਕ ਹੈ ਜੀ, ਅਸੀਂ ਸਾਰਾ ਕੁਛ ਇਸ ਪਾਠ ਦੇ ਵਿੱਚ ਪੜ੍ਹਾਂਗੇ। ਠੀਕ ਹੈ, ਅਤੇ ਇਸ ਤਰ੍ਹਾਂ ਹੀ ਜੇਕਰ ਸਾਨੂੰ ਕੋਈ ਗਲਤ ਢੰਗ ਦੇ ਨਾਲ ਛੂਹਦਾ ਹੈ, ਸਾਨੂੰ ਪਤਾ ਲੱਗ ਜਾਂਦਾ ਕਿ ਇਹਦੀ ਛੂਹਣੀ ਕੀ ਹੈ ਸਾਡੇ ਲਈ ਚੰਗੀ ਨਹੀਂ, ਅਤੇ ਉਹ ਸਾਨੂੰ ਬੁਰੀ ਲੱਗਦੀ ਹੈ ਸਾਡੇ ਨੂੰ, ਆਪਣੇ ਆਪ ਨੂੰ। ਅਤੇ ਇਸ ਕਰਕੇ ਸਾਨੂੰ ਉਸ ਬੰਦੇ ਤੋਂ ਕੀ ਹੋ ਜਾਣਾ ਚਾਹੀਦਾ ਹੈ? ਦੂਰ ਹੋ ਜਾਣਾ ਚਾਹੀਦਾ ਹੈ, ਅਤੇ ਆਪਣੇ ਮੰਮੀ ਪਾਪਾ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਠੀਕ ਹੈ ਜੀ, ਇਸ ਪਾਠ ਦੇ ਵਿੱਚ ਤੁਸੀਂ ਬੜੇ ਵਧੀਆ ਢੰਗ ਦੇ ਨਾਲ ਕੀ ਇਹ ਵੀ ਗਿਆਨ ਪ੍ਰਾਪਤ ਕਰੋਗੇ ਜੇਕਰ ਇਸ ਨੂੰ ਬੜੇ ਸਹੀ ਢੰਗ ਦੇ ਨਾਲ ਪੜ੍ਹੋਗੇ। ਠੀਕ ਹੈ ਜੀ, ਆਪਾਂ ਹੁਣ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਪਹਿਲਾ ਪ੍ਰਸ਼ਨ ਦੇਖੋ ਬੱਚਿਓ, ਜਦੋਂ ਕੋਈ ਤੁਹਾਡੀ ਪਿੱਠ ਥਾਪੜ ਕੇ ਸ਼ਾਬਾਸ਼ ਦਿੰਦਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਹਾਂਜੀ ਬੱਚੇ, ਤੁਸੀਂ ਫਸਟ ਆਉਂਦੇ ਹੋ, ਤੁਸੀਂ ਕੋਈ ਬਹੁਤ ਵਧੀਆ ਚੰਗਾ ਕੰਮ ਕਰਦੇ ਹੋ, ਤੁਹਾਡੇ ਮੰਮੀ ਡੈਡੀ ਜਾਂ ਤੁਹਾਡੇ ਅਧਿਆਪਕ ਖੁਸ਼ ਹੁੰਦੇ ਹਨ ਤਾਂ ਉਹ ਤੁਹਾਡੀ ਪਿੱਠ ਨੂੰ ਥਾਪੜਦੇ ਹਨ, ਕਹਿੰਦੇ ਨੇ ਸ਼ਾਬਾਸ਼, ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਸਾਨੂੰ ਕੀ ਲੱਗਦਾ ਬੱਚਿਓ? ਬਹੁਤ ਵਧੀਆ ਲੱਗਦਾ ਹੈ। ਠੀਕ ਹੈ, ਅਸੀਂ ਉੱਤਰ ਕੀ ਦੇਵਾਂਗੇ? ਬਹੁਤ ਵਧੀਆ ਲੱਗਦਾ ਹੈ। ਦੂਸਰਾ ਪ੍ਰਸ਼ਨ, ਕੋਈ 4 ਚੀਜ਼ਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਚੰਗੀ ਲੱਗਦੀ ਹੈ। ਦੇਖੋ ਬੱਚਿਓ, ਆਪਾਂ ਸੁੰਘਦੇ ਹਾਂ ਨੱਕ ਰਾਹੀਂ। ਠੀਕ ਹੈ, ਜਦੋਂ ਗੰਦੀ ਆਪਾਂ ਨੂੰ ਸਮੈਲ ਆਉਂਦੀ ਹੈ ਤਾਂ ਆਪਾਂ ਆਪਣਾ ਨੱਕ ਬੰਦ ਕਰ ਲੈਂਦੇ ਹਾਂ, ਪਰ ਜਦੋਂ ਸਾਨੂੰ ਖੁਸ਼ਬੂ ਚੰਗੀ ਲੱਗਦੀ ਹੈ ਤਾਂ ਅਸੀਂ ਵਾਰ-ਵਾਰ ਸੁੰਘਦੇ ਹਾਂ। ਤਾਂ ਤੁਸੀਂ ਜ਼ਰੂਰੀ ਨਹੀਂ ਕਿ ਇਹੀ ਚੀਜ਼ਾਂ ਲਿਖਣੀਆਂ ਹਨ, ਤੁਸੀਂ ਆਪਣੇ ਵੱਲੋਂ ਹੋਰ ਵੀ ਲਿਖ ਸਕਦੇ ਹੋ, ਜਿਵੇਂ ਗੁਲਾਬ ਦੇ ਫੁੱਲ ਦੀ, ਧਨੀਏ ਦੀ, ਅੰਬ ਦੀ, ਗੁੜ ਦੀ, ਹਲਵਾ ਬਣਦਾ ਹੈ, ਚਾਵਲ ਬਣਦੇ ਨੇ ਘਰ ਦੇ ਵਿੱਚ, ਕੜੀ ਬਣਦੀ ਹੈ, ਕੋਈ ਪਰਫਿਊਮ ਹੈ ਨਾ, ਸੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਕਈ ਵਾਰ ਕਿਸੇ ਪਾਊਡਰ ਦੀ। ਤਾਂ ਜਿਹੜੀ ਸਮੈਲ ਹੁੰਦੀ ਹੈ, ਕਈ ਵਾਰ ਪਕੌੜੇ ਬਣਦੇ ਨੇ, ਪੂੜੇ ਬਣਦੇ ਨੇ, ਹੈ ਨਾ ਜੀ, ਸਮੋਸੇ ਬਣਦੇ ਨੇ, ਤਾਂ ਸਾਨੂੰ ਹਰ ਚੀਜ਼ ਦੀ ਸਮੈਲ ਕੀ ਹੈ ਪਤਾ ਲੱਗਦਾ। ਇਸ ਕਰਕੇ ਤੁਸੀਂ ਆਪਣੇ ਵੱਲੋਂ ਕੋਈ ਵੀ 4 ਚੀਜ਼ਾਂ, 5 ਚੀਜ਼ਾਂ ਦੀ ਸੂਚੀ ਬਣਾ ਸਕਦੇ ਹੋ ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਚੰਗੀ ਲੱਗਦੀ ਹੈ। ਹਾਂਜੀ ਬੱਚਿਓ, ਅੱਗੇ ਦੇਖੋ, ਅਸੀਂ ਦੱਸਣਾ ਹੈ ਮਿੱਤਰ ਜੀ ਬਹੁਤ ਹੋਏ। ਮਿੱਤਰ ਜੀ ਗਲਤ ਬੋਲਿਆ ਨਾ ਮੈਂ, ਕੀ ਹੈ ਪੁੱਤ? ਪਿਤਾ ਜੀ। ਪਿਤਾ ਜੀ ਬਹੁਤ ਹੋਏ। ਕੀ ਹੋਏ ਇਸ ਪਾਠ ਦੇ ਵਿੱਚ? ਜਦੋਂ ਉਹ ਕੀ ਹੈ ਵੀ ਕਿਰਨ ਫਸਟ ਆਉਂਦੀ ਹੈ ਤਾਂ ਪਿਤਾ ਜੀ ਕੀ ਹੁੰਦੇ ਨੇ? ਉਹਨੂੰ ਫਸਟ ਦੇਖ ਕੇ ਕੀ ਹੁੰਦੇ ਨੇ? ਬਹੁਤ ਖੁਸ਼ ਹੁੰਦੇ ਨੇ। ਪਿਤਾ ਜੀ ਬਹੁਤ ਖੁਸ਼ ਹੋਏ। ਠੀਕ ਹੈ, ਸੈਕਿੰਡ ਕੁਐਸਚਨ ਪਾਰਟ, ਕਿਰਨ ਨੂੰ ਮੰਮੀ ਨੇ ਬੁੱਕਲ ਵਿੱਚ ਲੈ ਕੇ ਕੀ ਕੀਤਾ ਬੱਚਿਓ? ਜਦੋਂ ਕਿਰਨ ਫਸਟ ਆਉਂਦੀ ਹੈ ਤਾਂ ਉਹਦੀ ਮੰਮੀ ਬੜੇ ਖੁਸ਼ ਹੁੰਦੇ ਹਨ। ਜਿਵੇਂ ਤੁਸੀਂ ਫਸਟ ਆਉਣੇ ਹੋ, ਤੁਹਾਡੀ ਮੰਮੀ ਵੀ ਤੁਹਾਨੂੰ ਬੁੱਕਲ ਦੇ ਵਿੱਚ ਲੈ ਕੇ ਪਿਆਰ ਕਰੇਗੀ। ਤਾਂ ਲੈ ਕੇ ਕੀ ਹੁੰਦੇ ਵੀ? ਪਿਆਰ ਕੀਤਾ। ਜਦੋਂ ਤੁਸੀਂ ਪਾਠ ਪੜ੍ਹੋਗੇ ਤੁਹਾਨੂੰ ਸਾਰੇ ਪਾਠ ਬਾਰੇ ਪਤਾ ਲੱਗ ਜਾਏਗਾ।
ਬਹਾਰ ਦੀ ਰੁੱਤ ਆਉਣ ਕਰਕੇ ਬਹੁਤ ਸਾਰੇ ਫੁੱਲ ਖਿੜੇ ਹੋਏ ਸਨ। ਬਹਾਰ ਕੀ ਹੁੰਦੀ ਹੈ? ਜਦੋਂ ਫੁੱਲ ਖਿੜਦੇ ਨੇ ਉਸ ਰੁੱਤ ਨੂੰ ਬੋਲਦੇ ਨੇ ਬਹਾਰ। ਤਾਂ ਕੀ ਲਿਖਿਆ ਬੱਚੋ? ਫੁੱਲ ਖਿੜੇ ਹੋਏ ਸਨ। ਚੌਥਾ, ਕੁੱਤੇ ਦੀ ਡੈਸ਼ ਕਿੰਨੀ ਮੁਲਾਇਮ ਹੈ। ਹਾਂਜੀ ਬੱਚੋ, ਜਿਹੜੇ ਕੁੱਤੇ ਦੇ ਬਾਲ ਹੁੰਦੇ ਨੇ ਉਸ ਨੂੰ ਕੀ ਬੋਲਦੇ ਹਾਂ? ਜੱਤ ਬੋਲਦੇ ਹਾਂ। ਕੁੱਤੇ ਦੀ ਜੱਤ ਕਿੰਨੀ ਮੁਲਾਇਮ ਹੈ। ਪੰਜਵਾਂ ਪਾਠ, ਬੈਂਚ ਤੇ ਇੱਕ ਹੋਰ ਬੈਠਾ ਸੀ। ਕੀ ਬੈਠਾ ਸੀ ਬੱਚੋ? ਆਦਮੀ ਬੈਠਾ ਸੀ ਜਿਹੜਾ ਕਿ ਕਿਰਨ ਨੂੰ ਛੂਹ ਰਿਹਾ ਸੀ। ਉਹਦੀ ਛੂਹਣੀ ਕੀ ਸੀ? ਬਹੁਤ ਗੰਦੀ ਸੀ। ਇਸ ਕਰਕੇ ਕਿਰਨ ਨੂੰ ਵਧੀਆ ਨਹੀਂ ਲੱਗਿਆ ਤਾਂ ਉਹ ਉੱਥੋਂ ਉੱਠ ਕੇ ਚਲੀ ਜਾਂਦੀ ਹੈ। ਅੱਗੇ ਦੇਖੋ ਜੀ, ਚੌਥਾ ਪ੍ਰਸ਼ਨ, ਸਹੀ ਵਾਕਾਂ ਅੱਗੇ ਸਹੀ ਅਤੇ ਗਲਤ ਵਾਕਾਂ ਅੱਗੇ ਕੀ ਵੀ ਕ੍ਰਾਸ ਦਾ ਨਿਸ਼ਾਨ ਲਗਾਓ। ਪਹਿਲਾਂ ਊੜਾ, ਸਾਰੇ ਫੁੱਲਾਂ ਦੀ ਖੁਸ਼ਬੂ ਇੱਕੋ ਜਿਹੀ ਹੁੰਦੀ ਹੈ। ਬੱਚੋ ਗਲਤ ਹੈ, ਕਿਉਂਕਿ ਹਰ ਫੁੱਲ ਦੀ ਖੁਸ਼ਬੂ ਅਲੱਗ-ਅਲੱਗ ਹੁੰਦੀ ਹੈ। ਗੁਲਾਬ ਦੇ ਫੁੱਲ ਦੀ ਖੁਸ਼ਬੂ ਅਲੱਗ ਹੁੰਦੀ ਹੈ, ਠੀਕ ਹੈ ਨਾ ਜੀ। ਡੈਫੋਡਿਲ ਦੇ ਫੁੱਲ ਦੀ ਅਲੱਗ ਹੁੰਦੀ ਹੈ, ਡੇਕਾਂ ਦੇ ਫੁੱਲ ਦੀ ਅਲੱਗ ਹੁੰਦੀ ਹੈ, ਕਨੇਰ ਦੇ ਫੁੱਲ ਦੀ ਅਲੱਗ ਹੁੰਦੀ ਹੈ। ਇਸ ਕਰਕੇ ਵੀ ਮੈਰੀਗੋਲਡ ਦੀ ਅਲੱਗ ਹੁੰਦੀ ਹੈ। ਹਰ ਫੁੱਲ ਦੀ ਖੁਸ਼ਬੂ ਕੀ ਹੁੰਦੀ ਹੈ ਬੱਚੋ? ਅਲੱਗ-ਅਲੱਗ ਹੁੰਦੀ ਹੈ। ਦੂਸਰਾ, ਕੂੜੇ ਕਰਕਟ ਦਾ ਨਿਪਟਾਰਾ ਹਰ ਰੋਜ਼ ਕੀਤਾ ਜਾਣਾ ਚਾਹੀਦਾ ਹੈ। ਬਿਲਕੁਲ ਕੀਤਾ ਜਾਣਾ ਚਾਹੀਦਾ, ਕਿਉਂਕਿ ਜੇਕਰ ਆਪਾਂ ਕੂੜੇ ਕੱਟੇ ਨੂੰ ਇਕੱਠਾ ਕਰੀ ਜਾਵਾਂਗੇ ਤਾਂ ਉਹਦੇ ਵਿੱਚ ਬਹੁਤ ਗੰਦੀ ਬਦਬੂ ਆਏਗੀ, ਜਿਸ ਦੇ ਨਾਲ ਸਾਨੂੰ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਕਰਕੇ ਉਹਦਾ ਨਿਪਟਾਰਾ ਭਾਵ ਸਾਨੂੰ ਸੁੱਟ ਦੇਣਾ ਚਾਹੀਦਾ ਹੈ ਸਹੀ ਜਗ੍ਹਾ 'ਤੇ, ਠੀਕ ਹੈ ਨਾ। ਇੱਥੇ ਸਹੀ ਆ ਜਾਏਗਾ। ਅੱਗੇ ਜੀ, ਸਹੀ ਉੱਤਰਾਂ ਅੱਗੇ ਸਹੀ ਦਾ ਨਿਸ਼ਾਨ ਲਗਾਓ। ਕੁੱਤੇ ਦੀ ਜੱਤ ਬਹੁਤ ਕੀ ਹੁੰਦੀ ਹੈ ਬੱਚੋ? ਸਖਤ ਹੁੰਦੀ ਹੈ। ਕੀ ਹੁੰਦੀ ਹੈ? ਮੁਲਾਇਮ ਹੈ। ਕਿ ਕੁੱਤੇ ਦੀ ਜੱਤ ਬਹੁਤ ਮੁਲਾਇਮ ਸੀ। ਤਾਂ ਇੱਥੇ ਕੀ ਲਿਖ ਲਾਂਗੇ ਆਪਾਂ? ਮੁਲਾਇਮ ਭਰ ਦਾਂਗੇ, ਮੁਲਾਇਮ ਸੀ। ਐੜਾ ਪ੍ਰਸ਼ਨ, ਕਿਸੇ ਦਾ ਛੂਹਣਾ ਠੀਕ ਨਾ ਲੱਗੇ ਤਾਂ ਵੱਡਿਆਂ ਨੂੰ ਦੱਸ ਦੇਣਾ ਚਾਹੀਦਾ। ਵੱਡਿਆਂ ਤੋਂ ਛੁਪਾਉਣਾ ਚਾਹੀਦਾ, ਕੁਝ ਨਹੀਂ ਕਰਨਾ ਚਾਹੀਦਾ, ਵੱਡਿਆਂ ਨੂੰ ਦੱਸ ਦੇਣਾ ਚਾਹੀਦਾ ਹੈ, ਠੀਕ ਹੈ ਜੀ। ਅੱਗੇ ਦੇਖੋ, ਈੜੀ, ਬਦਬੂ ਆ ਰਹੀ ਸੀ ਕਿਹਦੇ ਵਿੱਚੋਂ? ਮਿੱਟੀ ਦੇ ਢੇਰ ਵਿੱਚੋਂ। ਮਿੱਟੀ ਦੇ ਢੇਰ ਵਿੱਚੋਂ ਕਦੇ ਵੀ ਬਦਬੂ ਨਹੀਂ ਆਉਂਦੀ, ਅਤੇ ਜਦੋਂ ਮਿੱਟੀ ਦੇ ਢੇਰ ਦੇ ਵਿੱਚ ਪਾਣੀ ਛਿੜਕਦੇ ਤਾਂ ਬੜੀ ਮਿੱਠੀ ਮਿੱਠੀ ਸਮੈਲ ਆਉਂਦੀ ਹੈ। ਫੁੱਲਾਂ ਦੇ ਢੇਰ ਵਿੱਚੋਂ ਬਦਬੂ ਨਹੀਂ ਆਉਂਦੀ, ਫੁੱਲਾਂ ਦੇ ਢੇਰ ਵਿੱਚੋਂ ਹਮੇਸ਼ਾ ਖੁਸ਼ਬੂ ਆਉਂਦੀ ਹੈ। ਕੂੜੇ ਦੇ ਢੇਰ ਵਿੱਚੋਂ ਬਦਬੂ ਆ ਰਹੀ ਸੀ, ਤਾਂ ਕਿੱਥੋਂ ਆ ਰਹੀ ਸੀ? ਅਤੇ ਤੀਸਰਾ ਨੰਬਰ ਆ ਜਾਏਗਾ, ਕੂੜੇ ਦੇ ਢੇਰ ਵਿੱਚੋਂ ਬਦਬੂ ਆ ਰਹੀ ਸੀ। ਆਪਾਂ ਇੱਥੇ ਵੀ ਲਿਖ ਸਕਦੇ ਹਾਂ ਕੂੜੇ ਦੇ ਢੇਰ ਵਿੱਚ। ਹਾਂਜੀ ਅੱਗੇ ਦੇਖੋ ਪ੍ਰਸ਼ਨ ਬੱਚੋ, ਕੋਈ ਦੋ ਬਦਬੂਦਾਰ ਵਸਤੂਆਂ ਦੇ ਨਾਂ ਦੱਸੋ। ਹਾਂਜੀ, ਬਦਬੂਦਾਰ ਵਸਤੂਆਂ, ਜ਼ਰੂਰ ਨਹੀਂ ਆਪਾਂ ਮੱਛੀ ਲਿਖਣਾ ਹੈ ਜਾਂ ਮਰਿਆ ਹੋਇਆ ਚੂਹਾ ਲਿਖਣਾ ਹੈ। ਆਪਾਂ ਗੋਹਾ ਵੀ ਕਹਿ ਸਕਦੇ ਹਾਂ, ਹੈ ਨਾ ਬੱਚੋ, ਗੋਬਰ ਜਿਹਨੂੰ ਆਪਾਂ ਕਹਿੰਦੇ ਹਾਂ। ਮਰਿਆ ਹੋਇਆ ਚੂਹਾ ਜਾਂ ਕੋਈ ਮਰਿਆ ਹੋਇਆ ਕੋਈ ਵੀ ਜਾਨਵਰ, ਹੈ ਨਾ ਜੀ। ਗੰਦੀਆਂ ਨਾਲੀਆਂ ਦੇ ਵਿੱਚੋਂ ਜਦੋਂ ਪਾਣੀ ਖੜ੍ਹ ਜਾਂਦਾ ਹੈ ਫਿਰ ਬਦਬੂ ਆਉਂਦੀ ਹੈ। ਗਲੀਆਂ ਸੜੀਆਂ ਸਬਜ਼ੀਆਂ ਦੇ ਵਿੱਚੋਂ ਵੀ ਬਦਬੂ ਆਉਂਦੀ ਹੈ। ਗਲੇ ਸੜੇ ਫਲਾਂ ਦੇ ਵਿੱਚੋਂ ਵੀ ਬਦਬੂ ਆਉਂਦੀ ਹੈ। ਇਸ ਕਰਕੇ ਜ਼ਰੂਰੀ ਨਹੀਂ ਅਸੀਂ ਇਹ ਦੋ ਚੀਜ਼ਾਂ ਲਿਖਣੀਆਂ ਨੇ, ਤੁਸੀਂ ਆਪਣੇ ਵੱਲੋਂ ਜ਼ਿਆਦਾ ਚੀਜ਼ਾਂ ਵੀ ਲਿਖ ਸਕਦੇ ਹੋ। ਅੱਗੇ ਕੋਈ 3 ਫੁੱਲਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚੋਂ ਖੁਸ਼ਬੂ ਆਉਂਦੀ ਹੈ। ਹਾਂਜੀ ਬੱਚੋ, ਗੁਲਾਬ, ਚਮੇਲੀ, ਰਾਤ ਦੀ ਰਾਣੀ, ਹੈ ਨਾ, ਡੈਫੋਡਿਲ, ਕਨੇਰ ਦੇ ਫੁੱਲ, ਠੀਕ ਹੈ। ਬਹੁਤ ਸਾਰੇ ਫੁੱਲ ਹਨ ਜਿਨ੍ਹਾਂ ਵਿੱਚੋਂ ਬਹੁਤ ਸੋਹਣੀ ਸੋਹਣੀ ਖੁਸ਼ਬੂ ਆਉਂਦੀ ਹੈ। ਮੈਰੀਗੋਲਡ ਕਹਿ ਸਕਦੇ ਹਾਂ ਆਪਾਂ। ਹਾਂਜੀ, ਹੇਠ ਦਿੱਤੀਆਂ ਤਸਵੀਰਾਂ ਹੇਠਾਂ ਦੇ ਨਾਮ ਲਿਖੋ। ਦੇਖੋ ਬੱਚੋ, ਦੇਖਣ ਨੂੰ ਲੱਗ ਰਿਹਾ ਕੀ ਹੈ? ਅੱਖ। ਤਾਂ ਤੁਸੀਂ ਕੀ ਕਰਨਾ? ਬਹੁਤ ਸੋਹਣੀ ਅੱਖ ਬਣਾਉਣੀ ਹੈ, ਨੀਚੇ ਅੱਖ ਲਿਖਣਾ ਹੈ। ਇਸ ਤਰ੍ਹਾਂ ਹੀ ਤੁਸੀਂ ਡਰਾਇੰਗ 'ਤੇ ਬਹੁਤ ਸੋਹਣੇ ਨੱਕ ਬਣਾਉਣਾ, ਆਪਣੀ ਕਾਪੀ 'ਤੇ ਨੱਕ ਬਣਾਉਣਾ, ਫਿਰ ਨੀਚੇ ਨੱਕ ਲਿਖ ਦੇਣਾ ਹੈ। ਇਸ ਤਰ੍ਹਾਂ ਤੁਸੀਂ ਕੰਨ ਦੀ ਫੋਟੋ ਬਣਾਉਣੀ ਹੈ ਅਤੇ ਨੀਚੇ ਕੰਨ ਲਿਖ ਦੇਣਾ ਹੈ, ਠੀਕ ਹੈ ਬੱਚੋ। ਜੀਭ ਬਣਾਉਣੀ ਹੈ, ਨੀਚੇ ਜੀਭ ਲਿਖ ਦੇਣਾ ਹੈ, ਅਤੇ ਚਮੜੀ ਆਪਾਂ ਕੋਈ ਵੀ ਆਪਣੀ ਬਾਂਹ ਹੱਥ ਲਗਾ ਕੇ ਬਣਾ ਕੇ ਉਸਦੇ ਨੀਚੇ ਚਮੜੀ ਅਸੀਂ ਲਿਖ ਸਕਦੇ ਹਾਂ। ਹਾਂਜੀ, ਹੋਰ ਪ੍ਰਸ਼ਨ ਦੇਖ ਲਓ। ਪਹਿਲਾ ਪ੍ਰਸ਼ਨ ਹੈਗਾ, ਕਿਰਨ ਦੀ ਮੰਮੀ ਨੇ ਉਸਨੂੰ ਕਿਉਂ ਝਿੜਕਿਆ ਸੀ? ਕਿਉਂ ਝਿੜਕਿਆ ਸੀ ਬੱਚਿਓ? ਕਿਉਂਕਿ ਕਿਰਨ ਨੇ ਸ਼ਰਾਰਤਾਂ ਕਰ ਰਹੀ ਸੀ, ਉਹ ਚਾਹ ਪੀ ਰਹੀ ਸੀ, ਉਸਨੇ ਗਰਮ ਚਾਹ ਆਪਣੇ ਉੱਪਰ ਡੋਲ ਲਈ। ਇਸ ਕਰਕੇ ਕਿਰਨ ਦੀ ਮੰਮੀ ਨੇ ਕਿਰਨ ਨੂੰ ਝਿੜਕਿਆ ਸੀ, ਕਿਉਂਕਿ ਉਸਨੇ ਆਪਣੇ ਕੱਪੜਿਆਂ ਉੱਤੇ ਚਾਹ ਡੋਲ ਲਈ ਸੀ। ਦੂਸਰਾ ਪ੍ਰਸ਼ਨ, ਕਿਰਨ ਨੇ ਮੰਮੀ ਨਾਲ ਕੀ ਵਾਅਦਾ ਕੀਤਾ? ਕਹਿੰਦੀ ਮੈਂ ਅੱਗੇ ਤੋਂ ਸ਼ਰਾਰਤਾਂ ਕਦੇ ਨਹੀਂ ਕਰਾਂਗੀ। ਕੀ ਕਹਿੰਦੀ ਕਿਰਨ? ਕਹਿੰਦੀ ਮੰਮਾ ਮੈਂ ਕਦੇ ਅੱਗੇ ਤੋਂ ਸ਼ਰਾਰਤਾਂ ਨਹੀਂ ਕਰਾਂਗੀ, ਠੀਕ ਹੈ ਜੀ। ਅੱਗੇ ਦੇਖੋ ਪ੍ਰਸ਼ਨ ਤੀਸਰਾ,
ਕਿਰਨ ਦੇ ਨਾਲ ਪਾਰਕ ਵਿੱਚ ਖੇਡਣ ਲਈ ਕੌਣ ਗਿਆ ਸੀ? ਉਸਦਾ ਵੱਡਾ ਭਰਾ ਰਾਜੂ। ਉੱਤਰ ਕੀ ਦੇਵਾਂਗੇ ਆਪਾਂ? ਕਿਰਨ ਦਾ ਵੱਡਾ ਭਰਾ ਰਾਜੂ ਉਸਦੇ ਨਾਲ ਗਿਆ ਸੀ। ਚੌਥਾ ਪ੍ਰਸ਼ਨ, ਅਰਸ਼ ਦੇ ਹੱਥ ਵਿੱਚ ਕਿਹੋ ਜਿਹੇ ਸਨ? ਅਰਸ਼ ਦੇ ਹੱਥ ਕਿਹੋ ਜਿਹੇ ਸਨ? ਅਰਸ਼ ਦੇ ਹੱਥ ਬੜੇ ਸਖਤ ਅਤੇ ਉਂਗਲਾਂ ਮੋਟੀਆਂ ਸਨ। ਠੀਕ ਹੈ, ਪਾਠ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਏਗਾ। ਪ੍ਰਸ਼ਨ ਪੰਜਵਾਂ, ਕੁੱਤੇ ਦੀ ਜੱਤ ਕਿਹੋ ਜਿਹੀ ਸੀ? ਮੁਲਾਇਮ ਸੀ, ਬੜੀ ਸੌਫਟ ਸੀ, ਕਿਉਂਕਿ ਰਾਜੂ ਰੋਜ਼ ਕੁੱਤੇ ਨੂੰ ਸਾਬਣ ਦੇ ਨਾਲ ਨਹਾਉਂਦਾ ਸੀ, ਉਹਦੀ ਸਫਾਈ ਰੱਖਦਾ ਸੀ। ਪ੍ਰਸ਼ਨ ਛੇਵਾਂ, ਮਨੁੱਖ ਦੀ ਤਰ੍ਹਾਂ ਜਾਨਵਰ ਕੀ ਮਹਿਸੂਸ ਕਰਦੇ ਹਨ? ਭਾਵਨਾਵਾਂ ਅਤੇ ਸ਼ੋਅ। ਦੱਸਿਆ ਨਾ, ਭਾਵਨਾਵਾਂ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਸਾਨੂੰ ਇੱਕ ਬੰਦਾ ਪਿਆਰ ਨਾਲ ਬੁਲਾ ਰਿਹਾ ਹੈ ਜਾਂ ਸਾਨੂੰ ਗੁੱਸੇ ਨਾਲ ਬੁਲਾ ਰਿਹਾ ਹੈ, ਜਾਂ ਸਾਨੂੰ ਪਿਆਰ ਦੇ ਨਾਲ ਛੂਹ ਰਿਹਾ ਜਾਂ ਸਾਨੂੰ ਗੁੱਸੇ ਦੇ ਨਾਲ ਛੂਹ ਰਿਹਾ ਹੈ। ਅਤੇ ਇਸ ਕਰਕੇ ਜਾਨਵਰ ਵੀ ਭਾਵਨਾਵਾਂ ਨੂੰ ਸਮਝਦੇ ਹਨ। ਅੱਗੇ ਦੇਖੋ ਬੱਚੋ, ਪ੍ਰਸ਼ਨ ਸੱਤਵਾਂ, ਪਾਰਕ ਵਿੱਚ ਕਿਰਨ ਕਿੱਥੇ ਬੈਠ ਗਈ ਸੀ? ਫੁੱਲਾਂ ਕੋਲ ਬਣੇ ਬੈਂਚ ਉੱਤੇ ਬੈਠ ਗਈ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ, ਪਾਰਕ ਦੇ ਕੋਨੇ ਵਿੱਚ ਕੀ ਪਿਆ ਸੀ? ਕੂੜੇ ਦਾ ਵੱਡਾ ਸਾਰਾ ਢੇਰ, ਜਿਹਦੇ ਵਿੱਚੋਂ ਕਿ ਗੰਦੀ ਸਮੈਲ ਆ ਰਹੀ ਸੀ। ਤੁਸੀਂ ਇਹ ਸਾਰੇ ਪ੍ਰਸ਼ਨਾਂ ਉੱਤਰਾਂ ਨੂੰ ਆਪਣੀ ਕਾਪੀ ਦੇ ਉੱਤੇ ਸੁੰਦਰ ਲਿਖਾਈ ਦੇ ਵਿੱਚ ਉਤਾਰਨਾ ਹੈ ਅਤੇ ਡਰਾਇੰਗ ਵੀ ਪਾਉਣੀ ਹੈ, ਜਿਸ ਤਰ੍ਹਾਂ ਕਿ ਨੱਕ ਕੰਨ ਬਣਾ ਕੇ ਤੁਸੀਂ ਨੀਚੇ ਲਿਖਣਾ ਹੈ। ਠੀਕ ਹੈ ਬੱਚੋ, ਮੈਨੂੰ ਉਮੀਦ ਹੈ ਕਿ ਸਾਰੇ ਬੱਚੇ ਬਹੁਤ ਅੱਛੇ ਢੰਗ ਦੇ ਨਾਲ ਕੰਮ ਕਰਨਗੇ। ਮਿਲਦੇ ਹਾਂ ਅਗਲੇ ਪਾਠ 'ਚ। ਓਕੇ ਬਾਏ, ਹੈਵ ਏ ਨਾਈਸ ਡੇ।